ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਭਾਗ 36ਵੇਂ ਬਾਬਾ ਜਰਨੈਲ ਸਿੰਘ ਜੀ ਦੇ ਜੀਵਨ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਕਦੇ ਵੀ ਹਿੰਦੂਆਂ ਦੇ ਵਿਰੁੱਧ ਨਹੀਂ ਸਨ। ਜਦੋਂ ਭਾਰਤ ਦੀ ਬਹੁਗਿਣਤੀ ਵਿੱਚ ਇਹ ਗੱਲ ਪ੍ਰਚਲਿਤ ਹੋਣ ਲੱਗੀ ਕਿ ਸੰਤ ਭਿੰਡਰਾਂਵਾਲੇ ਨਿਰਲਾਲਚ ਨਿਰਸਵਾਰਥ ਸਿੱਖ ਹੱਕਾਂ ਦੀ ਪੂਰਤੀ ਲਈ ਇੱਕ ਪ੍ਰਮੁੱਖ ਆਗੂ ਵਜੋਂ ਉੱਭਰ ਰਹੇ ਹਨ ਅਤੇ ਉਹਨਾਂ ਦੀ ਅਜੀਮ ਸ਼ਖਸੀਅਤ ਨੂੰ ਸਿੱਖਾਂ ਦੀ ਬਹੁਗਿਣਤੀ ਵੱਲੋਂ ਇਹ ਸਵੀਕਾਰ ਕਰ ਲਿਆ ਗਿਆ ਹੈ ਕਿ ਸੰਤ ਕੌਮੀ ਅਗਵਾਈ ਕਰਨ ਦੇ ਸਮਰੱਥ ਨੇ, ਤਾਂ ਸਿੱਖ ਨੌਜਵਾਨਾਂ ਦਾ ਸੰਤਾਂ ਦੇ ਵੱਲ ਖਿੱਚੇ ਜਾਣਾ ਸੁਭਾਵਿਕ ਸੀ। ਸੰਤਾਂ ਵੱਲੋਂ ਸਿੱਖ ਕੌਮ ਉੱਪਰ ਹੋ ਰਹੇ ਹਮਲਿਆਂ ਤੇ ਕੀਤੇ ਜਾ ਰਹੇ ਜ਼ੁਲਮਾਂ ਵਿਰੁੱਧ ਪ੍ਰਤੀਕਰਮ ਕਰਨਾ ਆਮ ਪ੍ਰਤੀਕਿਰਿਆ ਸੀ, ਪਰ ਹਿੰਦੂ ਹੁਕਮਰਾਨ ਨਹੀਂ ਸਨ ਚਾਹੁੰਦੇ ਕਿ ਸਿੱਖ ਕੌਮ ਅੰਦਰ ਕੋਈ ਐਸਾ ਪ੍ਰਵਾਨਿਕ ਆਗੂ ਅਗਵਾਈ ਕਰੇ ਜੋ ਮੌਤ ਤੋਂ ਵੀ ਬੇਫਿਕਰ ਹੋਵੇ। ਇਸ ਲਈ ਹਿੰਦੂ ਪ੍ਰੈਸ ਅਤੇ ਹਿੰਦੂ ਸੰਗਠਨ ਕੇਂਦਰ ਸਰਕਾਰ ਦੀ ਸ਼ਹਿ 'ਤੇ ਆਏ ਦਿਨ ਸੰਤਾਂ ਦੇ ਵਿਰੁੱਧ ਅੱਗ ਉਗੜਦੇ ਬਿਆਨ ਦਿੰਦੇ ਸਨ ਤਾਂ ਕਿ ਸੰਤਾਂ ਦੀ ਸ਼ਖਸੀਅਤ ਨੂੰ ਧੁੰਦਲਾ ਕੀਤਾ ਜਾ ਸਕੇ। ਸੰਤ ਭਿੰਡਰਾਂਵਾਲਿਆਂ ਨੇ ਹਿੰਦੂ ਬਹੁਗਿਣਤੀ ਦੀ ਕਦਮ ਕਦਮ 'ਤੇ ਹੁੰਦੀ ਭੜਕਾਊ ਬੁਰਸ਼ਾਗਰਦੀ ਦੇ ਬਾਵਜੂਦ ਆਪਣੀ ਤਾਕਤ ਦੀ ਵਰਤੋਂ ਦੇ ਨਾਲ ਲੋੜ ਪੈਣ 'ਤੇ ਮਜ਼ਲੂਮ ਹਿੰਦੂਆਂ ਦੀ ਰਾਖੀ ਕੀਤੀ ਅਤੇ ਧਾਰਮਿਕ ਤੌਰ 'ਤੇ ਕਈ ਦੁਖੀ ਹਿੰਦੂਆਂ ਦੀਆਂ ਆਰਥਿਕ ਮਦਦ ਵੀ ਕੀਤੀ। ਜਿਵੇਂ ਕਿ ਗੁਰਦਾਸਪੁਰ ਜੇਲ੍ਹ ਦੇ ਵਿੱਚ ਸੰਤਾਂ ਦੇ ਨਜ਼ਦੀਕੀ ਬਾਬਾ ਥਾਰਾ ਸਿੰਘ ਅਤੇ ਭਾਈ ਅਮਰੀਕ ਸਿੰਘ ਨੇ ਜੇਲ੍ਹ ਦੇ ਸਿੱਖ ਕੈਦੀਆਂ ਦੀ ਮੰਗ 'ਤੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਵਾਈ, ਜਿੱਥੇ ਰੋਜ਼ਾਨਾ ਕਥਾ ਕੀਰਤਨ ਹੁੰਦਾ ਅਤੇ ਕਥਾ ਦੀ ਡਿਊਟੀ ਭਾਈ ਅਮਰੀਕ ਸਿੰਘ ਜੀ ਆਪ ਨਿਭਾਉਂਦੇ ਸਨ। ਇਸ ਗੱਲ ਤੋਂ ਜੇਲ੍ਹ ਦੇ ਕੈਦੀਆਂ ਨੇ ਤਸੱਲੀ ਪ੍ਰਗਟਾਈ ਅਤੇ ਜੇਲ੍ਹ ਅਧਿਕਾਰੀਆਂ ਨੇ ਵੀ। ਇੱਥੇ ਹੀ ਕੁਝ ਹਿੰਦੂ ਕੈਦੀਆਂ ਨੇ ਬਾਬਾ ਥਾਰਾ ਸਿੰਘ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਸਾਡੇ ਲਈ ਇੱਕ ਮੰਦਰ ਦੀ ਉਸਾਰੀ ਵੀ ਕਰ ਦਿੱਤੀ ਜਾਵੇ, ਜਿੱਥੇ ਅਸੀਂ ਆਪਣੇ ਧਰਮ ਦੀ ਇਬਾਦਤ ਕਰ ਸਕੀਏ। ਬਾਬਾ ਥਾਰਾ ਸਿੰਘ ਨੇ ਕਿਹਾ ਕਿ ਤੁਹਾਡਾ ਕੋਈ ਵੀ ਨਜ਼ਦੀਕੀ ਵਿਅਕਤੀ ਮੁਲਾਕਾਤ ਕਰਨ ਆ ਜਾਵੇ ਤਾਂ ਉਹਨਾਂ ਨੂੰ ਸੰਤ ਭਿੰਡਰਾਂਵਾਲਿਆਂ ਪਾਸ ਭੇਜੋ, ਉਹ ਸਾਨੂੰ ਆਗਿਆ ਦੇਣ ਤਾਂ ਅਸੀਂ ਮੰਦਰ ਵੀ ਬਣਾ ਦੇਵਾਂਗੇ। ਇਸ ਤਰ੍ਹਾਂ ਹੋਇਆ। ਕੁਝ ਹਿੰਦੂ ਵੀਰ ਸੰਤਾਂ ਦੇ ਕੋਲ ਆਏ, ਉਹਨਾਂ ਨੇ ਗੁਰਦਾਸਪੁਰ ਜੇਲ੍ਹ ਅੰਦਰ ਮੰਦਰ ਉਸਾਰਨ ਦੀ ਬੇਨਤੀ ਕੀਤੀ। ਇਹ ਵੀ ਦੱਸਿਆ ਕਿ ਤੁਹਾਡੇ ਨਜ਼ਦੀਕੀ ਸਿੰਘਾਂ ਨੇ ਜੇਲ੍ਹ ਅੰਦਰ ਗੁਰਦੁਆਰਾ ਸਾਹਿਬ ਬਣਵਾਇਆ ਹੈ ਅਤੇ ਉਹਨਾਂ ਨੂੰ ਕਹਿ ਕੇ ਮੰਦਰ ਵੀ ਬਣਵਾ ਦਿਓ। ਸੰਤਾਂ ਨੇ ਭਾਈ ਥਾਰਾ ਸਿੰਘ ਹੋਰਾਂ ਨੂੰ ਕਿਹਾ ਕਿ ਉਸੇ ਜੇਲ੍ਹ ਵਿੱਚ ਮੰਦਰ ਦੀ ਉਸਾਰੀ ਕਰਵਾਓ ਜਿੱਥੇ ਹਿੰਦੂ ਕੈਦੀ ਇਕੱਠੇ ਹੋ ਕੇ ਆਪਣੇ ਧਰਮ ਮੁਤਾਬਕ ਪੂਜਾ ਕਰਦੇ ਹਨ। ਜੇਕਰ ਸੰਤਾਂ ਦਾ ਹਿੰਦੂਆਂ ਦੇ ਨਾਲ ਵਿਰੋਧ ਹੁੰਦਾ ਤਾਂ ਅਜਿਹਾ ਕਿਉਂ ਕਰਦੇ। ਤੇ ਦੂਸਰੀ ਘਟਨਾ ਹੈ ਅੰਮ੍ਰਿਤਸਰ ਸ਼ਹਿਰ ਦੀ। ਅੰਮ੍ਰਿਤਸਰ ਸ਼ਹਿਰ ਦੇ ਛੋਟੇ ਕਾਰਖਾਨੇਦਾਰ ਕੁਝ ਹਿੰਦੂ ਲੋਕ ਸੰਤਾਂ ਦੇ ਕੋਲ ਗੁਰੂ ਨਾਨਕ ਨਿਵਾਸ ਵਿਖੇ ਆਏ। ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ, ਨਾਲ ਹੀ ਮਦਦ ਕਰਨ ਵਾਸਤੇ ਬੇਨਤੀ ਕੀਤੀ, ਕਿਉਂਕਿ ਉਹ ਸਰਕਾਰ ਵੱਲੋਂ ਸਾਜ਼ਿਸ਼ ਅਧੀਨ ਵਿਗਾੜੇ ਜਾ ਰਹੇ ਪੰਜਾਬ ਦੇ ਹਾਲਾਤਾਂ ਤੋਂ ਦੁਖੀ ਹੋ ਕੇ ਆਪਣੇ ਕਾਰੋਬਾਰ ਛੱਡਣ ਦੇ ਲਈ ਮਜਬੂਰ ਹੋ ਰਹੇ ਸਨ। ਪਰ ਸੰਤਾਂ ਨੇ ਉਹਨਾਂ ਨੂੰ ਤਸੱਲੀ ਦਿੱਤੀ ਕਿ ਤੁਸੀਂ ਬੇਫਿਕਰ ਹੋ ਕੇ ਆਪਣੇ ਕਾਰੋਬਾਰ ਚਲਾਵੋ, ਸਾਡਾ ਤੁਹਾਡੇ ਨਾਲ ਕੋਈ ਵਿਰੋਧ ਨਹੀਂ ਹੈ। ਇਹ ਸਰਕਾਰ ਦੀਆਂ ਕੋਝੀਆਂ ਚਾਲਾਂ ਨੇ। ਫਿਰ ਵੀ ਤੁਹਾਨੂੰ ਕਿਸੇ ਕਿਸਮ ਦੀ ਦਿੱਕਤ ਆਵੇ ਤਾਂ ਅਸੀਂ ਤੁਹਾਡੀ ਮਦਦ ਦੇ ਲਈ ਖੜ੍ਹੇ ਹਾਂ। ਸੰਤਾਂ ਕੋਲੋਂ ਅਜਿਹਾ ਵਿਸ਼ਵਾਸ ਮਿਲਣ ਤੋਂ ਇਹ ਸਭ ਹਿੰਦੂ ਕਾਰਖਾਨੇਦਾਰਾਂ ਨੂੰ ਭਾਰੀ ਤਸੱਲੀ ਹੋਈ ਅਤੇ ਨਾਲ ਹੀ ਇਹ ਮਹਿਸੂਸ ਕਰਨ ਲੱਗੇ ਕਿ ਅਸੀਂ ਬਿਨਾਂ ਸੋਚੇ ਸਮਝੇ ਹੀ ਸੰਤਾਂ ਨੂੰ ਹਿੰਦੂਆਂ ਦੇ ਵਿਰੁੱਧ ਸਮਝਣ ਲੱਗ ਪਏ ਸੀ, ਜੋ ਸਾਡਾ ਭੁਲੇਖਾ ਸੀ। ਤੇ ਤੀਜੀ ਘਟਨਾ ਹੈ ਸੰਨ 1981 ਨਵੰਬਰ ਦੇ ਮਹੀਨੇ ਵਿੱਚ ਚੱਲ ਰਹੇ ਧਰਮ ਪ੍ਰਚਾਰ ਦੌਰਾਨ ਫਿਰੋਜ਼ਪੁਰ ਜ਼ਿਲ੍ਹੇ ਦੇ ਸ਼ਹਿਰ ਜਲਾਲਾਬਾਦ ਗੁਰਦੁਆਰਾ ਸਿੰਘ ਸਭਾ ਵਿਖੇ ਦੀਵਾਨ ਚੱਲ ਰਿਹਾ ਸੀ, ਜਦੋਂ ਜਲਾਲਾਬਾਦ ਸ਼ਹਿਰ ਦਾ ਹੀ ਵਸਨੀਕ ਹੁਕਮਚੰਦ ਨਾਮ ਦਾ ਹਿੰਦੂ ਵਿਅਕਤੀ ਰੋਂਦਾ ਕਰਲਾਉਂਦਾ ਸੰਤਾਂ ਦੇ ਕੋਲ ਆਇਆ। ਕਾਰਨ ਪੁੱਛਣ ਤੋਂ ਬਹੁਤ ਦੁਖੀ ਅਤੇ ਬੇਹਵਲ ਹਾਲਤ ਵਿੱਚ ਉਸਨੇ ਦੱਸਿਆ ਕਿ ਮੇਰੀ ਜਵਾਨ ਕੁਆਰੀ ਧੀ ਨੂੰ ਲਾਲਚੰਦ ਨਾਂ ਦਾ ਬਦਮਾਸ਼ ਚੁੱਕ ਕੇ ਲੈ ਗਿਆ ਹੈ। ਪੁਲਿਸ ਜਾਂ ਕਿਸੇ ਸਰਕਾਰੀ ਅਧਿਕਾਰੀ ਨੇ ਮੇਰੀ ਪੁਕਾਰ ਨਹੀਂ ਸੁਣੀ, ਕਿਉਂਕਿ ਲਾਲਚੰਦ ਬਦਮਾਸ਼ ਸਰਕਾਰੀ ਦਰਬਾਰੇ ਆਪਣਾ ਅਸਰ ਰਸੂਖ ਰੱਖਦਾ ਹੈ। ਮੈਂ ਦੁਖੀ ਹੋ ਕੇ ਤੁਹਾਡੇ ਕੋਲ ਆਇਆ ਹਾਂ, ਤੁਸੀਂ ਹੀ ਮੇਰੀ ਇੱਜ਼ਤ ਬਚਾ ਸਕਦੇ ਹੋ। ਕਿਰਪਾ ਕਰਕੇ ਉਸ ਜ਼ਾਲਮ ਬਦਮਾਸ਼ ਦੇ ਪੰਜੇ 'ਚੋਂ ਮੇਰੀ ਧੀ ਨੂੰ ਬਚਾਵੋ। ਸੰਤਾਂ ਨੇ ਉਸੇ ਵੇਲੇ ਹੀ ਸੀਨੀਅਰ ਆਗੂ ਸਰਦਾਰ ਮਹਿੰਦਰ ਸਿੰਘ ਸਾਈਆਂ ਵਾਲੇ ਨੂੰ ਆਪਣੇ ਕੋਲ ਸਿੰਘਾਂ ਅਤੇ ਗੱਡੀ ਦੇ ਕੇ ਉਸ ਦੁਖੀ ਹੁਕਮਚੰਦ ਨਾਲ ਭੇਜਿਆ ਕਿ ਇਸ ਦੇ ਨਾਲ ਜਾਵੋ ਅਤੇ ਉਸ ਬਦਮਾਸ਼ ਸਮੇਤ ਲੜਕੀ ਨੂੰ ਇੱਥੇ ਲਿਆਓ। ਹੁਕਮਚੰਦ ਨੂੰ ਉਸ ਬਦਮਾਸ਼ ਦੇ ਟਿਕਾਣੇ ਦਾ ਪਤਾ ਸੀ। ਜਿਉਂ ਹੀ ਸਿੰਘਾਂ ਉਸ ਦੇ ਟਿਕਾਣੇ 'ਤੇ ਪਹੁੰਚੇ ਤਾਂ ਉਹ ਬਹੁਤ ਘਬਰਾ ਗਿਆ। ਸਿੰਘਾਂ ਨੇ ਉਸ ਬਦਮਾਸ਼ ਨੂੰ ਸੋਧਾ ਵੀ ਲਾਇਆ ਅਤੇ ਗਾਂ ਤੋਂ ਅਜਿਹਾ ਭੈੜਾ ਕਰਮ ਤੋਂ ਮਾਫੀ ਮੰਗਵਾਈ ਅਤੇ ਲੜਕੀ ਨੂੰ ਉਸਦੇ ਪਿਤਾ ਹੁਕਮਚੰਦ ਦੇ ਸਪੁਰਦ ਕਰ ਦਿੱਤਾ। ਇਸ ਤਰ੍ਹਾਂ ਕੁਝ ਘੰਟਿਆਂ ਵਿੱਚ ਹੀ ਅਗਵਾ ਕੀਤੀ ਲੜਕੀ ਨੂੰ ਛੁਡਵਾ ਕੇ ਇੱਕ ਦੁਖੀ ਹਿੰਦੂ ਵਿਅਕਤੀ ਨੂੰ ਇਨਸਾਫ ਦਿਵਾਇਆ। ਤੇ ਚੌਥੀ ਘਟਨਾ ਹੈ ਇਸੇ ਤਰ੍ਹਾਂ ਇੱਕ ਵਾਰੀ ਗੁਰੂ ਨਾਨਕ ਨਿਵਾਸ ਵਿਖੇ ਇੱਕ ਹਿੰਦੂ ਸੱਜਣ ਸੋਮ ਪ੍ਰਕਾਸ਼
ਸੰਤਾਂ ਦੇ ਕੋਲ ਆਇਆ। ਅਚਾਨਕ ਉਸ ਦਿਨ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਸੁਪਰੀਮ ਕੋਰਟ ਦੇ ਉੱਘੇ ਵਕੀਲ ਡਾਕਟਰ ਸੁਬਰਾਮਨੀਅਮ ਸਵਾਮੀ ਵੀ ਦਿੱਲੀ ਤੋਂ ਆਪਣੇ ਕੁਝ ਨਜ਼ਦੀਕੀ ਆਗੂਆਂ ਦੇ ਨਾਲ ਸੰਤਾਂ ਨੂੰ ਮਿਲਣ ਆਏ ਸਨ ਅਤੇ ਕੋਲ ਹੀ ਬੈਠੇ ਸਨ। ਤਾਂ ਸੋਮ ਪ੍ਰਕਾਸ਼ ਦੀ ਤਰਸਯੋਗ ਹਾਲਤ ਵੇਖ ਕੇ ਮਹਾਪੁਰਸ਼ਾਂ ਨੇ ਉਸ ਦਾ ਕਾਰਨ ਪੁੱਛਿਆ ਤਾਂ ਉਸਨੇ ਫਰਿਆਦ ਕੀਤੀ ਕਿ ਮੇਰੀ ਧੀ ਨੂੰ ਉਸਦੇ ਸਹੁਰੇ ਦਾਜ ਲਈ ਪਰੇਸ਼ਾਨ ਕਰਦੇ ਨੇ। ਮੇਰੀ ਕਿਤੇ ਸੁਣਵਾਈ ਨਹੀਂ ਹੋ ਰਹੀ। ਮੈਨੂੰ ਡਰ ਹੈ ਕਿ ਮੇਰੀ ਲੜਕੀ ਨੂੰ ਮਾਰ ਹੀ ਨਾ ਦੇਣ। ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਕਿ ਉਹਨਾਂ ਦੇ ਮੰਗੇ ਅਨੁਸਾਰ ਦਾਜ ਦੇ ਸਕਾਂ। ਸੰਤਾਂ ਨੇ ਉਸ ਨੂੰ ਪੁੱਛਿਆ ਕਿ ਕੋਈ ਹੋਰ ਪਰਿਵਾਰਕ ਝਗੜਾ ਤਾਂ ਨਹੀਂ। ਉਸਨੇ ਕਿਹਾ ਕਿ ਸਹੁਰੇ ਪਰਿਵਾਰ ਨੂੰ ਉਸਨੇ ਕਿਹਾ ਕਿ ਨਹੀਂ, ਕੇਵਲ ਦਾਜ ਦਾ ਹੀ ਰੌਲਾ ਹੈ। ਸੰਤ ਭਿੰਡਰਾਂ ਵਾਲਿਆਂ ਨੇ ਆਪਣੇ ਸਿੰਘਾਂ ਦੀ ਡਿਊਟੀ ਲਾ ਕੇ ਲੜਕੀ ਅਤੇ ਸਹੁਰੇ ਪਰਿਵਾਰ ਨੂੰ ਸੱਦਿਆ। ਸੰਤਾਂ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਇਸ ਬੱਚੀ ਨੂੰ ਤੰਗ ਕਰਦੇ ਹੋ ਕਿ ਆਪਣੇ ਪਿਤਾ ਤੋਂ ਹੋਰ ਪੈਸੇ ਲੈ ਕੇ ਆਵੇ। ਜੇਕਰ ਅਜਿਹੀ ਗੱਲ ਹੈ ਤਾਂ ਸਮਝੋ ਕਿ ਇਹ ਬੱਚੀ ਮੇਰੀ ਧੀ ਹੈ। ਸੰਤਾਂ ਨੇ ਆਪਣੇ ਖੀਸੇ ਵਿੱਚ ਹੱਥ ਪਾਉਂਦਿਆਂ ਕਿਹਾ ਕਿ ਦੱਸੋ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਨੇ। ਸੰਤਾਂ ਨੇ ਇੰਨਾ ਹੀ ਕਹਿਣ ਦੀ ਦੇਰ ਸੀ ਕਿ ਉਹਨਾਂ ਨਾ ਪੈਸੇ ਨਹੀਂ ਲੈਣੇ ਕੀਤੇ, ਸਗੋਂ ਉਹਨਾਂ ਹੱਥ ਜੋੜ ਕੇ ਮਾਫੀ ਮੰਗੀ ਕਿ ਅੱਗੇ ਤੋਂ ਅਜਿਹੀ ਕੋਈ ਸ਼ਿਕਾਇਤ ਨਹੀਂ ਹੋਵੇਗੀ। ਇਹ ਘਟਨਾ ਵੇਖ ਕੇ ਸਵਾਮੀ ਸੁਬਰਾਮਨੀਅਮ ਅਤੇ ਉਸਦੇ ਨਾਲ ਦੇ ਵਿਅਕਤੀ ਵੀ ਹੈਰਾਨ ਹੋਏ ਕਿ ਸੰਤਾਂ ਨੂੰ ਹਿੰਦੂਆਂ ਦੇ ਦੁਸ਼ਮਣ ਦੇ ਤੌਰ ਤੇ ਪ੍ਰਚਾਰਿਆ ਜਾ ਰਿਹਾ ਹੈ, ਪਰ ਇਹ ਤਾਂ ਸਗੋਂ ਸਧਾਰਨ ਹਿੰਦੂ ਪਰਿਵਾਰਾਂ ਦੀ ਮਦਦ ਕਰ ਰਹੇ ਨੇ। ਪੰਜਵੀਂ ਘਟਨਾ ਵੀ ਸੁਣ ਕੇ ਜਾਇਓ। ਕਪੂਰਥਲੇ ਤੋਂ ਕੁਝ ਹਿੰਦੂ ਸੰਤਾਂ ਦੇ ਕੋਲ ਆਏ। ਉਹਨਾਂ ਨੇ ਕਿਹਾ ਕਿ ਸ਼ਹਿਰ ਵਿੱਚ ਕਿਸੇ ਸ਼ਰਾਰਤੀ ਵਿਅਕਤੀ ਨੇ ਮੰਦਰ ਨੂੰ ਅੱਗ ਲਾ ਦਿੱਤੀ ਹੈ, ਜਿਸ ਵਿੱਚ ਸਾਡਾ ਧਾਰਮਿਕ ਗ੍ਰੰਥ ਰਮਾਇਣ ਵੀ ਸੜ ਗਿਆ ਹੈ। ਇਸ ਸੰਬੰਧ ਦੇ ਵਿੱਚ ਅਸੀਂ ਅਦਾਲਤ ਵਿੱਚ ਕੇਸ ਕੀਤਾ ਹੈ। ਕੇਸ ਲੜਨ ਲਈ ਕੁਝ ਆਰਥਿਕ ਮਦਦ ਕੀਤੀ ਜਾਵੇ। ਤਾਂ ਸੰਤਾਂ ਨੇ ਉਹਨਾਂ ਨੂੰ ਨਵੀਂ ਰਮਾਇਣ ਲਿਆਉਣ ਅਤੇ ਕੇਸ ਲੜਨ ਲਈ 5000 ਰੁਪਏ ਦੀ ਮਦਦ ਕੀਤੀ। ਇੱਥੇ ਦੇ ਇਹ ਹਿੰਦੂ ਵੀਰ ਸੰਤਾਂ ਨੂੰ ਅਖੀਰ ਤੱਕ ਮਿਲਦੇ ਰਹੇ। ਅੰਮ੍ਰਿਤਸਰ ਸ਼ਹਿਰ ਦਾ ਹੀ ਰਹਿਣ ਵਾਲਾ ਇੱਕ ਹਿੰਦੂ ਹੋਰ ਘਟਨਾ ਹੈ ਇਹ ਵਿਅਕਤੀ ਕੈਲਾਸ਼ ਚੰਦਰ, ਜਿਸ ਦੀ ਕਰਿਆਨੇ ਦੀ ਦੁਕਾਨ ਬਿਜਲੀ ਦੀਆਂ ਤਾਰਾਂ ਤੋਂ ਅੱਗ ਲੱਗਣ ਦੇ ਨਾਲ ਸੜ ਗਈ ਸੀ। ਉਸਨੇ ਸੰਤਾਂ ਨੂੰ ਬੇਨਤੀ ਕੀਤੀ ਕਿ ਬਾਬਿਓ, ਮੇਰਾ ਰੁਜ਼ਗਾਰ ਦਾ ਸਾਧਨ ਕੇਵਲ ਮੇਰੀ ਦੁਕਾਨ ਹੀ ਸੀ ਜੋ ਸੜ ਗਈ ਹੈ। ਜੇਕਰ ਤੁਸੀਂ ਮੇਰੀ ਥੋੜ੍ਹੀ ਬਹੁਤ ਮਦਦ ਕਰ ਦੇਵੋ ਤਾਂ ਤੁਹਾਡੇ ਕਾਰਨ ਕੁਝ ਹੋਰ ਸਿੱਖ ਵੀ ਮੇਰੀ ਮਦਦ ਕਰ ਦੇਣਗੇ। ਮੈਂ ਦੁਬਾਰਾ ਦੁਕਾਨ ਚਲਾ ਸਕਦਾ ਹਾਂ। ਸੰਤਾਂ ਨੇ ਉਸ ਵੇਲੇ 500 ਰੁਪਏ ਦੇ ਕੇ ਉਸ ਦੀ ਮਦਦ ਕੀਤੀ ਸੀ ਅਤੇ ਨਾਲ ਹੀ ਪੁੱਛਿਆ ਕਿ ਹੋਰ ਦੱਸ ਭਾਈ। ਤਾਂ ਉਸਨੇ ਕਿਹਾ ਕਿ ਆਪ ਜੀ ਵੱਲੋਂ ਕੀਤੀ ਗਈ ਮਦਦ ਬੇਅੰਤ ਹੈ, ਕਿਉਂਕਿ ਜਦੋਂ ਮੈਂ ਹੋਰ ਲੋਕਾਂ ਨੂੰ ਦੱਸਾਂਗਾ ਕਿ ਸੰਤਾਂ ਨੇ ਮੇਰੇ ਮਦਦ ਵਾਸਤੇ 500 ਰੁਪਏ ਦਿੱਤੇ ਨੇ ਤਾਂ ਨਿਰਸੰਦੇਹ ਮੇਰੀ ਹੋਰ ਵੀ ਮਦਦ ਹੋ ਜਾਵੇਗੀ। ਤੇ ਸੱਤਵੀਂ ਘਟਨਾ ਧਰਮ ਯੁੱਧ ਮੋਰਚੇ ਦੌਰਾਨ ਰਸਤਾ ਰੋਕੂ ਸਮਾਗਮ ਸਮੇਂ ਕੁਝ ਵਿਅਕਤੀ ਸ਼ਹੀਦ ਹੋ ਗਏ ਸਨ, ਜਿਨ੍ਹਾਂ ਦੇ ਵਿੱਚ 2 ਹਿੰਦੂ ਵਿਅਕਤੀ ਵੀ ਸਨ, ਇੱਕ ਮਲੇਰਕੋਟਲਾ ਤੇ ਇੱਕ ਪਟਿਆਲਾ ਦਾ ਰਹਿਣ ਵਾਲਾ। ਇਹਨਾਂ ਦੇ ਪਰਿਵਾਰਾਂ ਨੂੰ ਦਮਦਮੀ ਟਕਸਾਲ ਦੇ ਵੱਲੋਂ 5-5 ਹਜ਼ਾਰ ਰੁਪਏ ਦੀ ਮਦਦ ਕੀਤੀ ਅਤੇ ਸੰਤ ਲੌਂਗੋਵਾਲ ਨੂੰ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ 10-10 ਹਜ਼ਾਰ ਰੁਪਏ ਦੀ ਮਦਦ ਕਰਵਾਈ ਸੀ। ਸੰਤਾਂ ਨੇ ਕਿਹਾ ਕਿ ਸਾਨੂੰ ਹਿੰਦੂਆਂ ਦੇ ਵਿਰੁੱਧ ਪ੍ਰਚਾਰਿਆ ਜਾ ਰਿਹਾ ਹੈ, ਪਰ ਕੀ ਕੋਈ ਵੀ ਵਿਅਕਤੀ ਦੱਸ ਸਕਦਾ ਹੈ ਕਿ ਸਿੱਖ ਪਰਿਵਾਰਾਂ ਵਿੱਚੋਂ ਧਰਮ ਯੁੱਧ ਮੋਰਚੇ ਦੌਰਾਨ ਲਗਭਗ 200 ਸਿੰਘਾਂ ਦੀ ਸ਼ਹੀਦੀ ਹੋ ਚੁੱਕੀ ਹੈ। ਕਿਸੇ ਇੱਕ ਵੀ ਹਿੰਦੂ ਸੰਗਠਨ ਜਾਂ ਹਿੰਦੂ ਆਗੂ ਨੇ ਕਿਸੇ ਪਰਿਵਾਰ ਦੀ 1 ਰੁਪਏ ਦੀ ਵੀ ਮਦਦ ਕੀਤੀ ਹੋਵੇ। ਅਸੀਂ ਮਦਦ ਮੰਗਦੇ ਨਹੀਂ, ਪਰ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਹਿੰਦੂਆਂ ਦੇ ਨਾਲ ਕੋਈ ਬੈਰ ਨਹੀਂ। ਸਿਰਫ ਸਿੱਖਾਂ ਦੇ ਨਾਲ ਬੇਇਨਸਾਫੀਆਂ ਤੇ ਧੱਕੇਸ਼ਾਹੀਆਂ ਕਰਨ ਵਾਲੇ ਹਿੰਦੂ ਹੁਕਮਰਾਨਾਂ ਦੇ ਨਾਲ ਸਾਡੀ ਲੜਾਈ ਹੈ। ਤੇ 8ਵੀਂ ਘਟਨਾ ਇਸੇ ਤਰ੍ਹਾਂ ਹਰਿਦੁਆਰ ਤੋਂ ਇੱਕ ਪੰਡਤ ਰੋਸ਼ਨ ਲਾਲ ਸੰਤਾਂ ਦੇ ਕੋਲ ਆਇਆ। ਉਸਨੇ ਬੇਨਤੀ ਕੀਤੀ ਕਿ ਮੇਰੀ ਲੜਕੀ ਦਾ ਵਿਆਹ ਰੱਖਿਆ ਹੋਇਆ ਹੈ। ਇਸ ਸੰਬੰਧ ਦੇ ਵਿੱਚ ਮੈਨੂੰ ਕੁਝ ਮਾਇਆ ਦੀ ਜ਼ਰੂਰਤ ਹੈ ਤੇ ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਆਪ ਜੀ ਬੜੇ ਦਿਆਲੂ ਪੁਰਸ਼ ਹੋ ਤੇ ਅਜਿਹੇ ਕਾਰਜ ਲਈ ਵਿਸ਼ੇਸ਼ ਤੌਰ ਤੇ ਮਦਦ ਵੀ ਕਰ ਦਿੰਦੇ ਹੋ। ਸੰਤਾਂ ਨੇ ਪੁੱਛਿਆ ਕਿ ਪੰਡਤ ਜੀ, ਹਰਿਦੁਆਰ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਆਉਂਦਿਆਂ ਆਪ ਦੀ ਕਿਸੇ ਜਥੇਬੰਦੀ ਜਾਂ ਕਿਸੇ ਹਿੰਦੂ ਸੰਗਠਨ ਨੇ ਮਦਦ ਨਹੀਂ ਕੀਤੀ? ਤਾਂ ਉਸਨੇ ਬੜੀ ਅਧੀਨਗੀ ਦੇ ਨਾਲ ਕਿਹਾ ਕਿ ਮੈਂ ਕਈ ਹਿੰਦੂ ਸੰਗਠਨਾਂ ਨੂੰ ਬੇਨਤੀ ਕਰ ਚੁੱਕਾ ਹਾਂ, ਕਿਸੇ ਨੇ ਮੇਰੀ ਮਦਦ ਨਹੀਂ ਕੀਤੀ। ਤਾਂ ਸੰਤਾਂ ਨੇ ਪੁੱਛਿਆ, ਦੱਸ ਤੇਰੀ ਕੀ ਮਦਦ ਕਰੀਏ? ਤਾਂ ਉਸਨੇ ਕਿਹਾ, ਜੋ ਵੀ ਆਪ ਠੀਕ ਸਮਝਦੇ ਹੋ। ਤਾਂ ਸੰਤਾਂ ਨੇ ਆਪਣੇ ਖੀਸੇ ਦੇ ਵਿੱਚੋਂ ਕੁਝ ਮਾਇਆ ਕੱਢੀ ਅਤੇ ਗਿਣਤੀ ਕੀਤੀ ਹੀ ਵਾਹਿਗੁਰੂ। ਸੰਤਾਂ ਨੇ ਉਸ ਸਮੇਂ ਆਪਣੇ ਖੀਸੇ ਦੇ ਵਿੱਚੋਂ ਮਾਇਆ ਕੱਢੀ ਤੇ ਗਿਣਤੀ ਕੀਤੀ ਤੇ ਕਿਹਾ ਕਿ ਇਹ ਭਾਈ ਤੇਰੀ ਬੇਟੀ ਦੇ ਲਈ ਇਹ ਮਾਇਆ ਹੈ ਤੇ ਆਪਣੀ ਬੇਟੀ ਦੇ ਕੰਮਾਂ ਵਾਸਤੇ ਹੀ ਇਸ ਦਾ ਖਰਚ ਕਰੀ। ਉਸਨੇ ਸੰਤਾਂ ਨੂੰ ਨਮਸਕਾਰ ਕੀਤੀ ਤੇ ਕਿਹਾ ਕਿ ਇਹ ਮਾਇਆ ਮੈਂ ਆਪਣੀ ਪੁੱਤਰੀ ਦੇ ਵਿਆਹ ਤੇ ਹੀ ਖਰਚਾਂਗਾ। ਅਜਿਹੀਆਂ ਹੋਰ ਵੀ ਕਈ ਘਟਨਾਵਾਂ ਹਨ ਜੋ ਇਹ ਸਾਬਤ ਕਰਦੀਆਂ ਨੇ ਕਿ ਸੰਤਾਂ ਦਾ ਹਿੰਦੂਆਂ ਦੇ ਨਾਲ ਕੋਈ ਵਿਰੋਧ ਨਹੀਂ ਸੀ। ਵਿਰੋਧ ਸੀ ਤਾਂ ਸਿਰਫ ਸਰਕਾਰੀ ਜ਼ੁਲਮ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।